ਤਕਰੀਬਨ 150 ਸਾਲਾਂ ਤੋਂ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਤੇ ਉਸ ਤੋਂ ਬਾਅਦ ਹੁਣ ਤੱਕ ਜਿਹੜੇ ਪੰਜਾਬ ਦੇ ਨੌਜਵਾਨ ਨੇ ਕੈਨੇਡਾ ਆਸਟ੍ਰੇਲੀਆ ਜਾਣ ਦੇ ਜਿਹੜੇ ਕਾਫੀ ਚਾਹਵਾਨ ਨਜ਼ਰ ਆਉਂਦੇ ਨੇ ਤੇ ਸਾਡੇ ਨਾਲ ਮੌਜੂਦ ਨੇ ਕੈਨੇਡਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵੀਜ਼ਾ ਐਕਸਪਰਟ ਤੇ ਮੈਕਰੋ ਗਲੋਬਲ ਦੇ ਐਮਡੀ ਗੁਰਮਿਲਾਪ ਸਿੰਘ ਡੱਲਾ ਜੀ। ਇਹ 30 ਅਕਤੂਬਰ ਨੂੰ ਲੁਧਿਆਣਾ ਦੇ ਵਿੱਚ ਕੁਝ ਖਾਸ ਇਵੈਂਟ ਲੈ ਕੇ ਆ ਰਹੇ ਨੇ, ਇਸ ਦੀ ਜਾਣਕਾਰੀ ਇਹਨਾਂ ਤੋਂ ਸਾਂਝੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਡੇਲੀ ਪੋਸਟ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਗੁਰਮਿਲਾਪ ਸਿੰਘ ਡੱਲਾ ਵੱਲੋਂ ਬਹੁਤ ਸਵਾਗਤ ਹੈ ਜੀ। ਸੁਮਨ ਜੀ, ਜਿਵੇਂ ਤੁਸੀਂ ਦੱਸਿਆ ਕਿ 150 ਸਾਲ ਹੋ ਗਿਆ ਸਾਡੇ ਕੈਨੇਡਾ ਦੇ ਵਿੱਚ ਤੀਸਰੀ ਪੀੜ੍ਹੀ ਸ਼ੁਰੂ ਹੋ ਗਈ ਆ। ਕੈਨੇਡਾ ਅੱਜ ਵੀ ਪੰਜਾਬੀਆਂ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਆ। 3 ਸਾਲ ਪਹਿਲਾਂ, ਜਿਵੇਂ ਸਟੂਡੈਂਟ ਵੀਜ਼ਾ ਨੂੰ ਚੱਲਦੇ ਨੂੰ ਤਾਂ 25 ਸਾਲ ਦੇ ਕਰੀਬ ਹੋ ਗਏ ਨੇ, ਪਰ 3 ਸਾਲ ਪਹਿਲਾਂ ਇੱਕ ਕੈਨੇਡੀਅਨ ਗਵਰਨਮੈਂਟ ਨੇ ਨਵਾਂ ਪ੍ਰੋਗਰਾਮ ਲਾਂਚ ਕੀਤਾ ਸੀ ਜਿਹਨੂੰ ਅਸੀਂ ਓਪਨ ਵਰਕ ਪਰਮਿਟ ਕਹਿੰਦੇ ਆ। ਇਹ ਪ੍ਰੋਗਰਾਮ ਸੁਮਨ ਜੀ ਸਿਰਫ ਤੇ ਸਿਰਫ ਉਹਨਾਂ ਸਟੂਡੈਂਟਸ ਵਾਸਤੇ, ਉਹਨਾਂ ਕੈਂਡੀਡੇਟਸ ਵਾਸਤੇ ਆ ਜਿਨ੍ਹਾਂ ਦੇ ਸਪਾਊਸ ਜਾਣੀ ਕਿ ਜਿਨ੍ਹਾਂ ਦੇ ਜੀਵਨ ਸਾਥੀ ਕੈਨੇਡਾ ਦੇ ਵਿੱਚ ਪੜ੍ਹ ਰਹੇ ਨੇ। ਐਂਡ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਕੰਪਨੀ ਇਸ ਪ੍ਰੋਗਰਾਮ ਨੂੰ ਪਿਛਲੇ 2 ਸਾਲ ਤੋਂ ਬੜੀ ਹੀ ਸਫਲਤਾਪੂਰਵਕ ਢੰਗ ਦੇ ਨਾਲ ਚਲਾ ਰਹੀ ਆ। ਹੁਣ ਜੋ ਕੈਂਡੀਡੇਟਸ ਦੀ ਫਰਮਾਇਸ਼ ਦੇ ਉੱਤੇ, ਕੈਂਡੀਡੇਟਸ ਦੀ ਮੰਗ ਦੇ ਉੱਤੇ, ਜਿਹੜੇ ਦੂਰ ਰਹਿੰਦੇ ਨੇ ਲੋਕ, ਯਾਨੀ ਦਿੱਲੀ ਹਰਿਆਣਾ ਤੋਂ ਨੇ ਕੁਝ, ਜਾਂ ਸੂਰਤ ਵਾਲੀ ਸਾਈਡ ਤੋਂ, ਗੁਜਰਾਤ ਵਾਲੀ ਸਾਈਡ ਤੋਂ, ਬਹੁਤ ਲੋਕਾਂ ਦੀ ਇਹ ਮੰਗ ਸੀ ਕਿ ਇੱਕ ਇਵੈਂਟ, ਇੱਕ ਸੈਮੀਨਾਰ ਟਾਈਪ ਜਾਂ ਡਾਇਰੈਕਟ ਮੀਟ ਤੁਹਾਡੇ ਨਾਲ ਰੱਖੀ ਜਾਵੇ ਇੱਕ ਦਿਨ ਫਿਕਸ ਕਰਕੇ, ਤਾਂ ਜੋ ਅਸੀਂ ਉੱਥੋਂ ਪਰਟੀਕੂਲਰਲੀ ਇਸ ਵੀਜ਼ੇ ਨਾਲ ਸੰਬੰਧਿਤ ਗਾਈਡਲਾਈਨਸ ਲੈ ਸਕੀਏ। ਸੋ ਸੁਮਨ ਜੀ, ਉਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਆਉਂਦੀ 30 ਤਰੀਕ ਨੂੰ, 30 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਫੋਰਚੂਨ ਕਲਾਸਿਕ ਨਾਂ ਦਾ ਹੋਟਲ ਸੀ, ਉਹਨੂੰ ਸੀ ਮੈਂ ਇਸ ਲਈ ਕਹਤਾ, ਉਹਦਾ ਹੁਣ ਨਾਂ ਬਦਲ ਕੇ ਰਜੈਂਟਾ ਕਲਾਸਿਕ ਹੋ ਗਿਆ ਆ। ਮੇਰੇ ਹਿਸਾਬ ਦੇ ਨਾਲ ਜੇ ਤੁਸੀਂ ਬੱਸ ਸਟੈਂਡ ਉਤਰੋਗੇ ਤਾਂ 2 ਮਿੰਟ ਦੀ ਵਾਕ ਆ, ਪਾਸਪੋਰਟ ਆਫਿਸ ਦੇ ਬਿਲਕੁਲ ਨਾਲ ਇਹ ਬਣਿਆ ਹੋਇਆ। ਮੈਂ ਉੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਬੈਠੂੰਗਾ। ਹਾਰਡਕੋਰ ਸਿਰਫ ਤੇ ਸਿਰਫ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਜਿਹੜੇ ਲੋਕਾਂ ਦੀਆਂ ਕੁਐਰੀਜ਼ ਨੇ ਉਹਨਾਂ ਨੂੰ ਕਲੀਅਰ ਕਰੂੰਗਾ। ਪਿਛਲੇ ਸਮੇਂ ਦੌਰਾਨ ਓਪਨ ਵਰਕ ਪਰਮਿਟ ਦੇ ਵਿੱਚ ਬਹੁਤ ਜ਼ਿਆਦਾ ਰਿਫਿਊਜ਼ਲਸ ਦਾ ਵੀ ਸਾਹਮਣਾ ਕਰਨਾ ਪਿਆ ਕੈਂਡੀਡੇਟਸ ਨੂੰ, ਜਿਨ੍ਹਾਂ ਨੇ ਕੈਨੇਡਾ ਤੋਂ ਕੇਸ ਲਵਾਏ, ਆਨਲਾਈਨ ਕੇਸ ਲਵਾਏ। 205 ਕਲੌਜ਼ ਦੇ ਅੰਡਰ ਬਹੁਤ ਜ਼ਿਆਦਾ ਰਿਫਿਊਜ਼ਲਸ ਆਈਆਂ। ਜਿਹੜੇ ਬੱਚਿਆਂ ਦੀਆਂ ਰਿਫਿਊਜ਼ਲਸ ਆਈਆਂ ਨੇ, ਕੇਸ ਲਾ ਚੁੱਕੇ ਨੇ, ਫਸੇ ਹੋਏ ਨੇ ਕਈ ਮਹੀਨਿਆਂ ਤੋਂ, ਜਾਂ ਆਪਦਾ ਕੇਸ ਅਪਲਾਈ ਕਰਨਾ ਚਾਹੁੰਦੇ ਨੇ, ਤੁਸੀਂ ਆਪਦੇ ਜ਼ਰੂਰੀ ਦਸਤਾਵੇਜ਼, ਡਾਕੂਮੈਂਟ ਸਾਰੇ ਨਾਲ ਲੈ ਕੇ ਮੈਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ 30 ਅਕਤੂਬਰ ਦਿਨ ਮੰਗਲਵਾਰ ਨੂੰ ਰਜੈਂਟਾ ਕਲਾਸਿਕ ਹੋਟਲ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਮੈਨੂੰ ਤੁਸੀਂ ਮਿਲ ਸਕਦੇ ਹੋ। ਸਰ, ਜਿਹੜੇ ਸਪਾਊਸ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵਰਕ ਪਰਮਿਟ ਬੇਸਿਸ ਤੇ ਜਾ ਸਕਦੇ ਉਹਨਾਂ ਲਈ, ਅੱਜ ਕੱਲ੍ਹ ਦੇਖਿਆ ਜਾ ਰਿਹਾ ਫੇਕ ਵੀ ਬੜਾ ਚੱਲ ਰਿਹਾ ਵਿਆਹ, ਜਿਹੜਾ ਜਾਲੀ ਵਿਆਹ ਦੇ ਬੇਸਿਸ ਤੇ ਲੋਕ ਅਪਲਾਈ ਕਰਦੇ ਨੇ। ਇਹ ਤਾਂ ਜੀ ਦੇਖੋ ਪੰਜਾਬੀਆਂ ਦੇ ਆਪਣੇ ਸਿਰ ਤੇ ਬਹੁਤ ਵੱਡਾ ਧੱਬੇ ਵਾਂਗੂ ਹੀ ਲੱਗ ਗਿਆ ਸੀ ਇੱਕ ਵਾਰੀ, ਕਿਉਂਕਿ ਪਿਛਲੇ ਜੀ 1 ਦਹਾਕੇ ਤੋਂ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਜਦੋਂ ਮੈਰਿਜ ਕੇਸਿਸ, ਜਦੋਂ ਸਟੂਡੈਂਟ ਵੀਜ਼ਾ ਇੰਨਾ ਸਰਗਰਮ ਨਹੀਂ ਹੁੰਦਾ ਸੀ ਜਾਂ ਕੈਂਡੀਡੇਟਸ ਆਪਦੇ ਬਲਬੂਤੇ ਤੇ ਬਾਹਰ ਨਹੀਂ ਜਾ ਪਾਉਂਦੇ ਸੀ, ਉਦੋਂ ਕੁਝ ਇਹੋ ਜਿਹੀਆਂ ਗਲਤ ਸਟੈਪਸ ਸਾਡੇ ਵੱਲੋਂ ਚੱਕੇ ਗਏ, ਉਠਾਏ ਗਏ। ਪਰ ਅੱਜ ਜੋ ਟਾਈਮ ਆ ਉਹਦੇ ਵਿੱਚ ਸੁਮਨ ਜੀ ਜ਼ਿਆਦਾ ਫੋਕਸ ਸਾਡੇ ਸਟੂਡੈਂਟਸ ਦਾ ਆਪਦੇ ਬਲਬੂਤੇ ਤੇ ਹੀ ਬਾਹਰ ਜਾਂਦੇ ਨੇ, ਚਾਹੇ ਉਹ ਪਰਮਾਨੈਂਟ ਰੈਜ਼ੀਡੈਂਟ ਹੋ ਕੇ ਜਾਣ, ਚਾਹੇ ਉਹ ਪੜ੍ਹ ਕੇ ਮਿਹਨਤ ਕਰਕੇ ਬੈਂਡ ਸਕੋਰ ਕਰਕੇ ਚੰਗੇ ਪੈਸੇ ਖਰਚ ਕੇ ਪੜ੍ਹਨ ਦੇ ਬੇਸ ਦੇ ਉੱਤੇ ਕੈਨੇਡਾ ਪਹੁੰਚਣ। ਸੋ ਹੁਣ ਉਹ ਰੁਝਾਨ ਘਟ ਗਿਆ, ਪਰ ਫਿਰ ਵੀ ਕਿਤੇ ਨਾ ਕਿਤੇ ਕੈਨੇਡੀਅਨ ਗਵਰਨਮੈਂਟ ਦੇ ਦਿਮਾਗ ਦੇ ਵਿੱਚ ਸਾਨੂੰ ਲੈ ਕੇ ਇਹ ਕਿਤੇ ਨਾ ਕਿਤੇ ਸ਼ੰਕਾ ਜ਼ਰੂਰ ਹੁੰਦੀ ਆ ਕਿ ਜੋ ਵਿਆਹ, ਕਿਉਂਕਿ ਜੇ ਮੈਂ ਓਪਨ ਵਰਕ ਪਰਮਿਟ ਦੀ ਵੀ ਗੱਲ ਵੀ ਕਰਾਂ ਤਾਂ ਉਹਦੇ ਵਿੱਚ ਵੀ ਜਿਹੜਾ ਸਭ ਤੋਂ ਵੱਡਾ ਬੇਸ ਆ ਉਸ ਕੇਸ ਦੇ ਕਲੀਅਰ ਹੋਣ ਦੇ ਪਿੱਛੇ ਉਹ ਵਿਆਹ ਆ। ਤੇ ਆਫਿਸਰ ਦਾ ਸਭ ਤੋਂ ਵੱਡਾ ਫੋਕਸ ਇਸੇ ਚੀਜ਼ ਤੇ ਹੁੰਦਾ ਕਿ ਕਿਤੇ ਇਹ ਵਿਆਹ ਕੰਟਰੈਕਚੁਅਲ ਮੈਰਿਜ ਤਾਂ ਨਹੀਂ ਆ। ਬਾਕੀ ਜੋ ਵੀ ਤੁਹਾਡੇ ਸਵਾਲ ਹੋਣਗੇ ਇਸ ਵਿਸ਼ੇ ਨਾਲ ਰਿਲੇਟਡ ਵੀ ਉਹ ਵੀ ਮੈਂ ਉਸ ਦਿਨ ਕਲੀਅਰ ਕਰੂੰਗਾ। ਜੀ ਬਿਲਕੁਲ, ਤੁਸੀਂ ਖੁਦ 2012 ਦੇ ਵਿੱਚ ਕੈਨੇਡਾ ਦੀ ਸਥਿਤੀ ਦੇਖ ਕੇ ਆਏ ਹੋ, ਗਰਾਊਂਡ ਜ਼ੀਰੋ ਤੇ ਤੁਸੀਂ ਖੁਦ ਦੇਖਿਆ। ਇੱਥੇ ਆ ਕੇ ਹੁਣ ਤੁਸੀਂ ਬੱਚਿਆਂ ਨੂੰ ਭੇਜ ਰਹੇ ਹੋ, ਕਿੰਨਾ ਕੁ ਡਿਫਰੈਂਸ ਲੱਗਦਾ ਹੈ ਮਾਹੌਲ ਦਾ? ਕਿਉਂਕਿ ਪਿੱਛੇ ਜੋ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਉਹ ਕੁਝ ਮਾਹੌਲ ਖਰਾਬ ਕਰਨ ਦੇਣ ਵਾਲੇ ਸਨ। ਕੀ ਤੁਹਾਨੂੰ ਲੱਗਦਾ ਕਿ ਪੂਰੇ ਪੰਜਾਬ ਨੂੰ ਗਲਤ ਕਹਿਣਾ ਇਸ ਤੇ ਕਿ ਪੰਜਾਬੀ ਨਾਮ ਖਰਾਬ ਕਰ ਰਹੇ ਨੇ ਸਹੀ ਹੋਏਗਾ? ਸੁਮਨ ਜੀ, ਸਭ ਤੋਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਕਿ 12 ਤੋਂ ਲੈ ਕੇ ਰੈਗੂਲਰਲੀ, ਕੌਨਸਟੈਂਟਲੀ, ਕੰਟੀਨਿਊਸਲੀ ਮੈਂ ਹਰੇਕ ਸਾਲ ਹੀ ਵਿਜ਼ਿਟ ਕਰ ਰਿਹਾ ਕੈਨੇਡਾ। ਇਸ ਸਾਲ ਵੀ ਜਾਊਂਗਾ। ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਤੁਹਾਨੂੰ ਕਿ ਇਸ ਵਕਤ ਜਦੋਂ ਪਿਛਲੀਆਂ ਤਸਵੀਰਾਂ ਦੀ ਜੋ ਤੁਸੀਂ ਗੱਲ ਕੀਤੀ ਆ, ਜੋ ਪਿਛਲੀਆਂ ਘਟਨਾਵਾਂ ਸਾਡੇ ਸਾਹਮਣੇ ਆਈਆਂ ਸੀ, ਜਿਸ ਏਰੀਏ ਦੇ ਵਿੱਚ ਆਈਆਂ ਸੀ, ਪੀਲ ਰੀਜਨ ਵੱਜਦਾ ਉਹ GTA ਦਾ ਗ੍ਰੇਟਰ ਟੋਰਾਂਟੋ ਏਰੀਆ ਜਿਹੜਾ ਮੇਨ ਹੈਗਾ, ਉੱਥੇ ਇਹ ਇੱਕਾ ਦੁੱਕਾ ਘਟਨਾਵਾਂ ਸਾਡੇ ਸਾਹਮਣੇ ਆਈਆਂ। ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ
ਕਿ 75,000 ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ, ਇੰਡੀਆ ਨਾਲ ਸੰਬੰਧਿਤ ਉਸ ਰੀਜਨ ਦੇ ਵਿੱਚ ਪੜ੍ਹ ਰਿਹਾ ਆ। ਤੇ ਜੇ 2-4 ਬੰਦਿਆਂ ਨੇ ਗਲਤ ਹਰਕਤ ਕਰ ਵੀ ਦਿੱਤੀ ਤਾਂ ਅਸੀਂ ਸਾਰਿਆਂ ਨੂੰ ਇੱਕੋ ਰੱਸੀ ਨਹੀਂ ਬੰਨ੍ਹ ਸਕਦੇ। ਸਾਨੂੰ ਸਿਰਫ ਉਹ ਲੜਾਈਆਂ ਦਿਸ ਗਈਆਂ, ਵਾਇਰਲ ਹੋਈਆਂ ਚੀਜ਼ਾਂ ਦਿਸ ਗਈਆਂ, ਪਰ ਉਹਦੇ ਮਗਰ ਜੋ ਸਟੂਡੈਂਟ ਸਾਡੇ ਮਿਹਨਤ ਕਰਦੇ ਨੇ, ਦਿਨ ਰਾਤ ਇੱਕ ਕਰਕੇ ਪੜ੍ਹਦੇ ਵੀ ਨੇ, ਰੋਟੀ ਵੀ ਆਪ ਪਕਾਉਂਦੇ ਨੇ, ਕੱਪੜੇ ਵੀ ਆਪ ਧੋਂਦੇ ਨੇ, ਤੇ ਉਸ ਤੋਂ ਬਾਅਦ ਕਮਾਈ ਵੀ ਆਪ ਕਰਕੇ ਫੀਸਾਂ ਵੀ ਆਪ ਭਰਦੇ ਨੇ, ਉਹ ਚੀਜ਼ ਦੇਖਣੀ ਸਾਡੇ ਲਈ ਕਈ ਵਾਰੀ ਔਖੀ ਹੋ ਜਾਂਦੀ ਹੈ। ਕਿਉਂਕਿ ਉਹ ਚੀਜ਼ ਫੇਸਬੁੱਕ ਦੇ ਉੱਤੇ ਅਪਲੋਡ ਨਹੀਂ ਹੁੰਦੀ। ਪਰ ਜੇ ਮੈਂ ਲੜਾਈ ਨੂੰ ਜਸਟੀਫਾਈ ਨਹੀਂ ਕਰਦਾ, ਜਦੋਂ ਲੜਾਈ ਹੋਈ ਸੀ ਆਪਾਂ ਲੜਾਈ ਖਿਲਾਫ ਵੀ ਬੋਲੇ ਸੀ, ਕਿਉਂਕਿ ਅਸੀਂ ਉੱਥੇ ਲੜਨ ਨਹੀਂ, ਅਸੀਂ ਪੜ੍ਹਨ ਗਏ ਹਾਂ, ਆਪਦੀ ਜ਼ਿੰਦਗੀ ਬਣਾਉਣ ਗਏ ਹਾਂ, ਤੇ ਇਸ ਚੀਜ਼ ਨੂੰ ਕਦੇ ਵੀ ਨਹੀਂ ਭੁੱਲਣਾ। ਆਈਲਟਸ ਕਰਨਾ, ਫਿਰ ਉਸ ਤੋਂ ਬਾਅਦ ਪੇਪਰ ਕਲੀਅਰ ਕਰਨਾ, ਚੰਗੇ ਬੈਂਡ ਹਾਸਿਲ ਕਰਨਾ, ਇਹ ਸੌਖਾ ਕੰਮ ਨਹੀਂ ਹੁੰਦਾ। ਪਰ ਫਿਰ ਵੀ ਕੁਝ ਲੋਕ ਅਜਿਹੇ ਕਮੈਂਟਸ ਕਰ ਦਿੰਦੇ ਨੇ ਸੋਸ਼ਲ ਮੀਡੀਆ ਤੇ ਕਿ ਕੈਨੇਡਾ 'ਚ ਜਾ ਕੇ ਨਾਮ ਖਰਾਬ ਕੀਤਾ ਜਾ ਰਿਹਾ ਸਾਡੇ ਪੰਜਾਬ ਦਾ। ਉਹ ਮਿਹਨਤ ਨਹੀਂ ਦਿਖਦੀ ਉਹਨਾਂ ਨੂੰ ਜਿਹੜੀ ਆਈਲਟਸ ਕਰਨ ਟਾਈਮ ਕੀਤੀ ਹੁੰਦੀ ਹੈ। ਬੱਚੇ ਨੇ ਪੇਪਰ ਦੇਣ ਵੇਲੇ ਧੂਏ ਨਿਕਲ ਜਾਂਦੇ ਨੇ। ਬਿਲਕੁਲ ਮੈਂ ਤੁਹਾਨੂੰ ਇਹੀ ਗੱਲ, ਮੈਂ ਉਦੋਂ ਵੀ, ਮੈਨੂੰ 1-2 ਚੈਨਲਸ ਨੇ ਮੇਰੇ ਨਾਲ ਇਸ ਵਿਸ਼ੇ ਦੇ ਉੱਤੇ ਇੰਟਰਵਿਊਜ਼ ਕੀਤੀਆਂ ਸੀ, ਮੈਂ ਉਦੋਂ ਵੀ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਲੜਾਈ ਨੂੰ ਕੋਈ ਵੀ ਗੱਲ ਜਸਟੀਫਾਈ ਤਾਂ ਨਹੀਂ ਕਰਦੀ, ਲੜਨਾ ਹਮੇਸ਼ਾ ਹੀ ਗਲਤ ਹੁੰਦਾ। ਪਰ ਜੇ 2 ਜਾਣੇ ਗਲਤ ਹੋ ਵੀ ਗਏ ਨੇ, ਜੇ 1% ਤੋਂ ਵੀ ਥੱਲੇ ਚਲੀ ਜਾਂਦੀ ਹੈ ਰੇਸ਼ੋ, ਜੇ ਤੁਸੀਂ ਗਲਤ ਲੋਕਾਂ ਦੀ ਕੱਢੋਗੇ, ਤਾਂ ਜੇ ਉਹਨਾਂ ਲੋਕਾਂ ਦੇ ਕਾਰਨ ਅਸੀਂ ਉਹਨਾਂ ਮਿਹਨਤੀ, ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਮਿਹਨਤ ਕਰਕੇ ਉੱਥੇ ਤੱਕ ਪਹੁੰਚੇ ਨੇ, ਮਿਡਲ ਕਲਾਸ ਮਾਂ ਪਿਓ ਦੇ ਬੱਚੇ ਸੀ ਜਿਨ੍ਹਾਂ ਦੇ ਮਾਂ ਪਿਓ ਨੇ ਕਰਜ਼ਾ ਚੱਕ ਕੇ ਉਹਨਾਂ ਨੂੰ ਉੱਥੇ ਭੇਜਿਆ, ਤੇ ਅੱਜ ਉਹ ਉਸ ਕਰਜ਼ੇ ਦਾ ਫਰਜ਼ ਵੀ ਅਦਾ ਕਰ ਰਹੇ ਨੇ, ਉਹ ਕਰਜ਼ਾ ਮੋੜ ਰਹੇ ਨੇ ਦਿਨ ਰਾਤ ਇੱਕ ਕਰਕੇ, ਮਿਹਨਤ ਕਰਕੇ। ਜੇ ਤੁਸੀਂ ਉਹਨਾਂ ਨੂੰ ਵੀ ਸਿਰਫ ਉਸ ਲੜਾਈ ਨਾਲ ਜੋੜ ਕੇ ਸਾਰੀ ਕਮਿਊਨਿਟੀ ਨੂੰ ਹੀ ਆਪਾਂ ਗਲਤ ਕਹਿ ਦੇਵਾਂਗੇ, ਉਹ ਕਿਸੇ ਵੀ ਤਰੀਕੇ ਨਾਲ, ਮੇਰੇ ਹਿਸਾਬ ਨਾਲ ਉਹ ਕਿਸੇ ਵੀ ਤਰੀਕੇ ਨਾਲ ਐਕਸੈਪਟੇਬਲ ਨਹੀਂ ਹੁੰਦਾ। ਕਿਉਂਕਿ ਸਾਡੀ ਕਮਿਊਨਿਟੀ ਨੇ ਹੀ ਸਭ ਤੋਂ ਵੱਡੀ ਆਵਾਜ਼ ਚੁੱਕੀ ਸੀ ਉਹਨਾਂ ਖਿਲਾਫ। ਪਰ ਮੈਂ ਉਹਨਾਂ ਨੂੰ ਵੀ ਇਹੀ ਕਹੂੰਗਾ ਕਿ ਸਾਡੇ ਹੀ ਉਹ ਭੈਣ ਭਾਈ ਭਤੀਜੇ ਨੇ, ਜੇ ਉਹ ਗਲਤ ਹੋ ਵੀ ਜਾਂਦੇ ਨੇ ਕਿਤੇ, ਤਾਂ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਈਏ। ਜੀ ਬਿਲਕੁਲ, ਤੁਸੀਂ ਖੁਦ ਤੁਹਾਡੀ ਜਿਹੜੀ, ਤੁਹਾਨੂੰ ਦੇਖ ਕੇ ਕਹਾਂਗੇ, ਸਿੱਖੀ ਨੂੰ ਪੂਰੀ ਤਰ੍ਹਾਂ ਤੁਸੀਂ ਪ੍ਰਮੋਟ ਕਰ ਰਹੇ ਹੋ। ਤੁਹਾਡੇ ਕੋਲ ਬੜੇ ਬੱਚੇ ਅਜਿਹੇ ਆਉਂਦੇ ਨੇ ਜਿਹੜੇ ਤੁਹਾਡੇ ਤੋਂ ਬਹੁਤ ਕੁਝ ਸਿੱਖ ਕੇ ਕੈਨੇਡਾ ਦੇ ਵਿੱਚ ਵਸ ਰਹੇ ਨੇ, ਕੰਮ ਕਰ ਰਹੇ ਨੇ, ਪੜ੍ਹ ਰਹੇ ਨੇ। ਕਿੰਨਾ ਕੁ ਐਡਮਾਇਰ ਕਰਦੇ ਹੋ ਤੁਸੀਂ ਉਹਨਾਂ ਨੂੰ? ਕਿੰਨਿਆਂ ਦੇ ਆਈਡਲ ਬਣ ਚੁੱਕੇ ਹੋ? ਅਸਲ ਦੇ ਵਿੱਚ ਸੁਮਨ ਜੀ, ਇਹ ਗੱਲ ਕਹਿਣੀ ਤਾਂ ਬੜੀ ਔਖੀ ਹੋ ਜਾਂਦੀ ਹੈ ਕਿ ਮੈਨੂੰ ਕਿੰਨੇ ਕੁ ਲੋਕ ਐਡਮਾਇਰ ਕਰਦੇ ਹੋਣਗੇ ਜਾਂ ਮੈਂ ਕਿੰਨਾ ਕੁ ਆਈਡਲ ਬਣ ਚੁੱਕਿਆ। ਪਰ ਇੱਕ ਕੋਸ਼ਿਸ਼ ਹਮੇਸ਼ਾ ਜਾਰੀ ਰਹੂਗੀ, ਜਾਰੀ ਰੱਖਦਾ ਹੈ ਕਿ ਅਸੀਂ ਇਮੀਗ੍ਰੇਸ਼ਨ ਕੰਸਲਟੈਂਟ ਹਾਂ, ਸਾਡਾ ਬਿਜ਼ਨਸ ਆ, ਰਾਜੀ ਰੋਜੀ ਰੋਟੀ ਆ, ਲੱਖਾਂ ਰੁਪਈਆ ਬੈਠ ਕੇ ਇੱਥੇ ਕਮਾ ਵੀ ਰਹੇ ਹਾਂ। ਪਰ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਆ ਕਿ ਕਰੀਅਰ ਕਾਉਂਸਲਰ ਬਣ ਕੇ ਸਾਹਮਣੇ ਆਈਏ। ਬੱਚੇ ਜੋ +2 ਕਰਕੇ ਕੈਨੇਡਾ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ, ਆਸਟ੍ਰੇਲੀਆ ਦੀ ਧਰਤੀ ਤੇ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਇੱਕ ਸਹੀ ਸੇਧ ਦੇ ਕੇ, ਇੱਕ ਸਹੀ ਮਾਰਗਦਰਸ਼ਕ ਬਣ ਕੇ ਉਹਨਾਂ ਨੂੰ ਅਸੀਂ ਮਿਲੀਏ, ਤਾਂ ਜੋ ਕੁਝ ਸਿੱਖ ਕੇ ਇੱਥੋਂ ਜਾਣ ਤੇ ਆਪਦੀ ਜ਼ਿੰਦਗੀ ਨੂੰ ਸਹੀ ਬਣਾਉਣ, ਚੰਗੀ ਕਾਮਯਾਬ ਜ਼ਿੰਦਗੀ ਆਪਦੀ, ਉਹ ਜੋ ਸਾਡੀ ਕਾਮਯਾਬੀ ਸਾਡੇ ਪਹਿਲੀ ਕਮਿਊਨਿਟੀ ਨੇ, ਪੰਜਾਬੀਆਂ ਨੇ ਹਾਸਲ ਕੀਤੀ ਆ, ਵੀ ਉਸ ਤੋਂ ਵੀ ਉਹ ਵੱਧ ਚੜ੍ਹ ਕੇ ਹਿੱਸਾ ਪਾਉਣ ਕੈਨੇਡੀਅਨ ਗੌਰਮੈਂਟ ਦੀ ਤਰੱਕੀ ਦੇ ਵਿੱਚ, ਕੈਨੇਡੀਅਨ ਮੁਲਕ ਦੀ ਤਰੱਕੀ ਦੇ ਵਿੱਚ। ਕਿਉਂਕਿ ਉਸ ਮੁਲਕ ਦਾ, ਸੁਮਨ ਜੀ, ਅਸੀਂ ਅਹਿਸਾਨ ਕਦੇ ਨਹੀਂ ਮੋੜ ਸਕਦੇ। ਕਿਉਂਕਿ ਉਸ ਮੁਲਕ ਨੇ ਸਾਨੂੰ ਬਚਾਇਆ, ਉਸ ਮੁਲਕ ਨੇ ਸਾਨੂੰ ਸਾਂਭਿਆ। ਚਾਹੇ ਉਹ ਅਸੀਂ ਪੁਰਾਣੀ ਗੱਲ ਕਰ ਲਈਏ ਜਦੋਂ ਪੰਜਾਬ ਦੇ ਹਾਲਾਤ ਖਰਾਬ ਸੀ, ਜਾਂ ਅਸੀਂ ਉਦੋਂ ਦੀ ਗੱਲ ਕਰ ਲਈਏ ਜਦੋਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵਧੀ, ਜਾਂ ਅਸੀਂ ਉਦੋਂ ਦੀ ਗੱਲ ਕਰ ਲਈਏ ਜਦੋਂ ਸਾਡੀ ਪੰਜਾਬ ਦੀ ਕਿਸਾਨੀ ਨੂੰ ਢਾਹ ਲੱਗਣੀ ਸ਼ੁਰੂ ਹੋਈ। ਹਰ ਟਾਈਮ ਤੇ ਇੱਕ ਮੁਲਕ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ, ਉਹ ਕੈਨੇਡਾ ਸੀ। ਸਾਨੂੰ ਉਹਨਾਂ ਨੇ ਬਰਾਬਰ ਦੇ ਅਧਿਕਾਰ ਦਿੱਤੇ, ਬਰਾਬਰ ਦੇ ਹੱਕ ਦਿੱਤੇ। ਅਸੀਂ ਉੱਥੇ ਜਾ ਕੇ ਚੰਗੀਆਂ ਯੂਨੀਵਰਸਿਟੀਆਂ, ਚੰਗੇ ਕਾਲਜਿਸ 'ਚ ਪੜ੍ਹੇ, ਸਾਨੂੰ MP ਬਣਾਇਆ, MPPs ਬਣਾਇਆ। ਈਵਨ ਹੁਣ ਤਾਂ ਐਕਸਪੈਕਟੇਸ਼ਨ ਪੰਜਾਬੀਆਂ ਦੀ ਬਣ ਚੁੱਕੀ ਹੈ ਕਿ ਸ਼ਾਇਦ ਇੱਕ ਦਮਾਲੇ ਵਾਲਾ ਸਿੰਘ ਆਉਣ ਵਾਲਾ ਪ੍ਰਾਈਮ ਮਿਨਿਸਟਰ ਵੀ ਹੋਊਗਾ ਕੈਨੇਡਾ ਦਾ। ਸੋ ਸਾਡੀ ਇਹ ਫਰਜ਼ ਵੀ ਬਣਦਾ, ਸਾਡੀ ਡਿਊਟੀ ਵੀ ਆ, ਅਸੀਂ ਉੱਥੋਂ ਦੇ ਜੋ ਸਾਨੂੰ ਪ੍ਰਿਵਿਲੇਜ ਮਿਲਿਆ ਉਹਦੀ ਰਿਸਪੈਕਟ ਕਰੀਏ। ਜੀ ਬਿਲਕੁਲ। ਗੁਰਮਿਲਾਪ ਜੀ, ਇੱਕ ਆਖਰੀ ਸਵਾਲ ਹੈ ਮੇਰਾ, ਜਿਹੜੇ ਸ਼ਾਰਟਕਟਸ ਬੱਚਿਆਂ ਦੇ ਦਿਮਾਗ 'ਚ ਹੁੰਦੇ ਨੇ ਕੈਨੇਡਾ ਜਾਂਦੇ, ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ? ਸੁਮਨ ਜੀ, ਸਭ ਤੋਂ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਸ਼ਾਰਟਕਟਸ ਆਉਂਦੇ ਕਿੱਥੋਂ ਨੇ? ਉਹ ਅਸੀਂ ਲੋਕ ਹੀ ਆ ਪਾਉਣ ਵਾਲੇ। ਜਦੋਂ ਤੁਸੀਂ ਵੀ ਵੱਖ-ਵੱਖ ਮੇਰੇ ਪੇਸ਼ੇ ਨਾਲ ਸੰਬੰਧਿਤ ਲੋਕਾਂ ਦੀ ਇੰਟਰਵਿਊਜ਼ ਕਰਦੇ ਹੋਵੋਗੇ, ਤੁਸੀਂ ਵੀ ਉਹਨਾਂ ਨੂੰ ਮਿਲੇ ਹੋਵੋਗੇ ਕਿ ਪਹਿਲਾਂ ਜਿਹੜੇ ਕਦੇ 5 ਬੈਂਡ 5.5 ਬੈਂਡ ਵੇਚਦੇ ਸੀ ਤੇ ਕਦੇ ਬਿਨਾਂ ਆਇਲਟਸ ਵੇਚਦੇ ਸੀਗੇ, ਉਹ ਅੱਜ ਕੈਨੇਡਾ ਨੂੰ ਨਿੰਦਣਾ ਸ਼ੁਰੂ ਕਰਤਾ, ਕੈਨੇਡਾ ਨੂੰ ਮਾੜਾ ਕਹਿਣਾ ਸ਼ੁਰੂ ਕਰਤਾ। ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਹਮੇਸ਼ਾ ਰੂਲਸ ਐਂਡ ਰੈਗੂਲੇਸ਼ਨਸ ਨੂੰ ਧਿਆਨ 'ਚ ਰੱਖ ਕੇ ਬੱਚਿਆਂ ਨੂੰ ਹਮੇਸ਼ਾ ਇਹ ਦੱਸੀਏ ਕਿ ਮਿਹਨਤ ਕਰਕੇ ਹੀ ਮੁੱਲ ਮਿਲਦਾ ਆ, ਮਿਹਨਤ ਦਾ ਮੁੱਲ ਹੀ ਪੈਂਦਾ ਆ। ਵਾਹਿਗੁਰੂ ਵੀ ਉਹਦੀ ਮਦਦ ਕਰਦਾ ਜੋ ਉਹ ਆਪਦੀ ਮਦਦ ਆਪ ਕਰਦੇ ਨੇ। ਸੌਖੇ ਰਾਹ ਲੱਭੋਗੇ, ਸੌਖੀਆਂ ਜਿੱਤਾਂ ਦੀ ਕਦੇ ਵੀ ਖੁਸ਼ੀ ਨਹੀਂ ਹੁੰਦੀ, ਨਾ ਹੀ ਸੌਖੀਆਂ ਜਿੱਤਾਂ ਕਦੇ ਲੌਂਗ ਲਾਸਟਿੰਗ ਹੁੰਦੀਆਂ ਨੇ। ਮਿਹਨਤ ਕਰਕੇ ਉੱਥੇ ਪਹੁੰਚੋਗੇ ਤਾਂ ਜ਼ਿੰਦਗੀ ਸਫਲ ਮਿਲੂਗੀ, ਜ਼ਿੰਦਗੀ ਦੇ ਸੁੱਖ ਮਿਲਣਗੇ, ਹਰ ਆਰਾਮ ਮਿਲੂਗਾ। ਪਰ ਜੇ ਸੌਖੇ ਰਾਹ ਅਪਣਾਓਗੇ, ਸੌਖਿਆਂ ਰਾਹਾਂ ਦੇ ਵਿੱਚ ਦੇਖਣ ਨੂੰ ਉਹ ਚੰਗੇ ਲੱਗਦੇ ਨੇ, ਪਰ ਉਹਨਾਂ ਦੇ ਜਿਹੜੇ ਰਿਜ਼ਲਟਸ ਨੇ ਉਹ ਬਹੁਤੇ ਜ਼ਿਆਦਾ ਚੰਗੇ ਨਹੀਂ ਨਿਕਲਦੇ।
ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਤੇ ਗੱਲਬਾਤ ਕਰਨ ਦੇ ਲਈ। ਤਾਂ ਲੁਧਿਆਣਾ ਵਿਖੇ 30 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਗੁਰਮਿਲਾਪ ਸਿੰਘ ਡੱਲਾ ਜੀ ਆਪ ਗੱਲਬਾਤ ਕਰਨਗੇ ਤੁਹਾਡੇ ਨਾਲ ਆਪਣੇ ਦਸਤਾਵੇਜ਼ ਲੈ ਕੇ। ਜੇਕਰ ਤੁਹਾਡੇ ਦਿਮਾਗ 'ਚ ਕੋਈ ਕੁਐਰੀ ਹੈ ਤਾਂ ਲੈ ਕੇ ਜ਼ਰੂਰ ਪਹੁੰਚੋ। ਤੁਹਾਡੇ ਨਾਲ ਆਪ ਗੱਲਬਾਤ ਕਰਨਗੇ ਤੇ ਤੁਹਾਡੀ ਹਰ ਰਾਏ ਜਾਣਨਗੇ ਤੇ ਆਪਣੀ ਰਾਏ ਵੀ ਸਾਂਝੀ ਕਰਨਗੇ। ਡੇਲੀ ਪੋਸਟ ਪੰਜਾਬੀ ਦੀ ਖਾਸ ਪੇਸ਼ਕਸ਼ ਫਿਲਹਾਲ ਬਸ ਇੰਨਾ ਹੀ। ਜਲਦੀ ਹਾਜ਼ਰ ਹੋਵਾਂਗੇ ਇੱਕ ਨਵੀਂ ਪੇਸ਼ਕਸ਼ ਦੇ ਨਾਲ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਲੁਧਿਆਣਾ। आ गया है बल्ले बल्ले 24 घंटे का सुपर हिट पंजाबी म्यूजिक टीवी चैनल